अरमान किमें तो लग रहा है सूट, सोहना लग रहा है ना। वैसे रंग भी काफी जच रहा मेरे ते। अब सोहनी तो लग रही है ना। इन्ने पैसे खर्चते हैं, सोहनी तो लगनी चाहिए है ना। की मतलब? कुछ नहीं, मैं कह रहा सी तू ना बहुत सोहनी लग रही है। थैंक यू अरमान। अच्छा सिंपल, हुण तां नवी ड्रेस भी ले ली है ते तू रेडी भी हो गई है, तो हुण आपां चलिए, लेट हो गया आपां। नहीं नहीं रुको, हजे तो मैं रेडी होना है। मैं मेकअप भी करना है, इयररिंग्स पाने ने, सब कुछ करना है। मैं नहीं जल्दी तैयार नहीं हो सकती, हजे मैं प्रॉपर रेडी होना है। एक काम करो, मेरी इयररिंग्स पहुंच मदद करो, ले आओ फड़ाओ, जल्दी करो। ठीक है। वो आ दो ना। पप्पा ना यार। एक काम करियो, मेरे मेकअप चो ना पिंक लिपस्टिक पकड़ा दो मैनू। हाले थैंक यू। छेती करना सिंपल, लेट हो जाएंगे आपां, तेनू पता तो है। अरमान प्यारी लग रही है ना मैं? बहुत बहुत प्यारी लग रही है, छेती कर। अच्छा एक काम करो, मेरे उत्थे ना सैंडल्स पे होने, वो ले आओ जल्दी। जाओ, खड़ी क्यों, जाओ। बात छेती पानी वो आओ, हेल्प करो मेरी। अच्छा ठीक है। हुण आपां चलिए। रेडी, चलो। चलो। मलकीत सिंह, सारा सामान आ गया? हाँ जी मैडम जी, सब आ गया जी। प्रसाद तैयार हो गया? नहीं मैडम जी, दरअसल व्हाट? ਤੁਸੀਂ ਕਰ ਕੀ ਰਹੇ ਹੋ? ਪੂਜਾ ਸ਼ੁਰੂ ਹੋਣ ਵਾਲੀ ਆ, ਤੁਸੀਂ ਹਾਲੇ ਤੱਕ ਪੂਜਾ ਦਾ ਪ੍ਰਸਾਦ ਤਿਆਰ ਨਹੀਂ ਕੀਤਾ? ਓ ਮਾਈ ਗॉड। मैडम जी मेरी पूरी गल तो सुन लो। मैं ये कह रहा सी कि देशो मैडम जी ने प्रसाद पहले ही बना दिता, उन्होंने तो होर जेडे निक्के मोटे काम है वो भी कर लए है। ओके फाइन, बाकी जेडे निक्के मोटे काम रह गया वो देख ला। मैं हुण होर की करा मैडम जी, देशो मैडम जी ने मेरे लिए कोई काम छड्या ही नहीं। हाँ हाँ समझ गई मैं, फिर भी जाके रीचेक करो सब कुछ ठीक है। ठीक है मैडम जी, जिवें तुसीं ठीक समझो। ਵੈਲ ਮਾਸੀ ਜੀ, ਮੈਨੂੰ ਲੱਗਦਾ ਦੇਸ਼ੋ ਨਾ ਕਿਸੇ ਨੂੰ ਵੀ ਕਿਸੇ ਚੀਜ਼ ਦੇ ਲਈ ਪਰੇਸ਼ਾਨ ਹੋਣ ਦਾ ਮੌਕਾ ਨਹੀਂ ਦਿੰਦੀ। हाँ परेशान नहीं होने देंदी, पर आखिर कदों तक? अज ओदा सारा सच सारिਆਂ ਦੇ सामने आके रहेगा। आई विल मेक श्योर कि उस तो बाद ਉਹ ਇਸ ਘਰ ਦੇ ਵਿੱਚ ਇੱਕ ਪਲ ਵੀ ਨਾ ਰੁਕੇ। ਮੈਂ ਤਾਂ ਬਸ ਇਸ ਡਰਾਮੇ ਦੇ ਸ਼ੁਰੂ ਹੋਣ ਦਾ ਨਾ ਵੇਟ ਕਰ ਰਿਹਾ। ਜੇ ਉਹਨੇ ਆਪਣਾ ਸੱਚ ਆਪ ਨਾ ਦੱਸਿਆ ਤੇ ਮੈਂ ਉਹਦਾ ਸੱਚ ਸਾਰਿਆਂ ਦੇ ਸਾਹਮਣੇ ਲੈ ਕੇ ਆਵਾਂਗੀ। ਮੈਂ ਇਹਨਾਂ ਸਾਰਿਆਂ ਨੂੰ ਆਪਣੀ ਗਲਤੀ ਮੰਨਣ ਦੇ ਕਈ ਮੌਕੇ ਦੇ ਚੁੱਕੀ ਆ, ਬਸ ਹੁਣ ਹੋਰ ਨਹੀਂ। ਹੁਣ ਤਾਂ ਮੇਰੇ ਵਿੱਚ ਪੇਸ਼ੈਂਸ ਵੀ ਨਹੀਂ ਆ। ਤੁਸੀਂ ਫਿਕਰ ਨਾ ਕਰੋ, ਤੁਸੀਂ ਜੋ ਸੋਚਿਆ ਨਾ ਅੱਜ ਇੱਥੇ ਉਹੀ ਹੋਏਗਾ। ਵੈਸੇ ਮਾਸੀ ਜੀ ਗੈਸਟ ਨਹੀਂ ਆਏ ਅਜੇ ਤੱਕ, ਤੇ ਇਹ ਸਾਰਾ ਡਰਾਮਾ ਨਾ ਗੈਸਟ ਦੇ ਸਾਹਮਣੇ ਹੋਣਾ ਚਾਹੀਦਾ, ਫੇਰ ਹੀ ਮਜ਼ਾ ਆਏਗਾ। हेलो मैम। ਤੁਸੀਂ ਬਿਲਕੁਲ ਸਹੀ ਟਾਈਮ ਤੇ ਆਏ ਹੋ। हाँ जी मैम। मैम ये मेरी वाइफ सिंपल ते ये मेरी मम्मी जी ने। सत श्री अकाल। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਮੈਨੂੰ ਬਹੁਤ ਖੁਸ਼ੀ ਹੋਈ ਕਿ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚ ਟਾਈਮ ਕੱਢਿਆ ਸਾਡੀ ਪੂਜਾ ਲਈ ਆਉਣ ਵਾਸਤੇ। ਕਿੱਦਾਂ ਦੀਆਂ ਗੱਲਾਂ ਕਰ ਰਹੇ ਹੋ ਭੈਣ ਜੀ? ਸਾਡੀ ਧੀ ਦੇ ਘਰ ਦੀ ਪੂਜਾ ਹੈ, ਅਸੀਂ ਕਿੱਦਾਂ ਨਹੀਂ ਆਉਣਾ ਸੀ? ਅਰਮਾਨ, ਮੈਨੂੰ ਲੱਗਿਆ ਸੀ ਕਿ ਤੂੰ ਹਮੇਸ਼ਾ ਆਪਣੀ ਐਕਸ ਦੇ ਪਿੱਛੇ ਪਿਆ ਰਹਿਣਾ ਹੈ, ਹਮੇਸ਼ਾ ਉਹਦੇ ਸਿਰ ਤੇ ਮੰਡਰਾਉਂਦਾ ਰਹਿੰਦਾ ਹੈ, ਪਰ ਮੈਨੂੰ ਇਹ ਨਹੀਂ ਸੀ ਪਤਾ ਕਿ ਤੇਰੀ ਵਾਈਫ ਕਿੰਨੀ ਸੋਹਣੀ ਹੈ। ਸੱਚ ਅ ਪ੍ਰੀਟੀ ਵੂਮਨ। मैम मैनू ना किसी के सिर ते मंडराउण दी लोड़ नहीं हैगी, देशो नाल सिर्फ मैं काम करदा हां, बाकी साडी फैमिली लाइफ थोड़ी डिफरेंट आ। ਮੈਨੂੰ ਤਾਂ ਲੱਗਾ ਸੀ ਤੂੰ ਹੋਰਾਂ ਦੀ ਲਾਈਫ 'ਚ ਜ਼ਿਆਦਾ ਇੰਟਰਸਟ ਲੈਣਾ ਹੈ, ਹੋਰ ਤੇਰੇ ਕੋਲ ਕੰਮ ਹੀ ਕਿਹੜਾ ਕਰਨ ਨੂੰ। हाँ सारिਆਂ ਨੂੰ पता है किन्नू किदी लाइफ 'ਚ ज़्यादा दिलचस्पी है।
ਸਾਨੂੰ ਕਿਸੇ ਦੀ ਲਾਈਫ ਦੇ ਨਾਲ ਕੁਝ ਲੈਣਾ ਦੇਣਾ ਨਹੀਂ। ਅਸੀਂ ਆਪਣੀ ਦੁਨੀਆ 'ਚ ਬਹੁਤ ਖੁਸ਼ ਹਾਂ। ਮੈਨੂੰ ਵੀ ਤੁਹਾਡੇ ਦੋਵਾਂ ਦੀ ਲਾਈਫ 'ਚ ਨਾ ਕੋਈ ਇੰਟਰਸਟ ਨਹੀਂ ਹੈ। ਭੈਣ ਜੀ ਦੇਸ਼ੋ ਤੇ ਰਣਵੀਰ ਕਿੱਥੇ? ਉਹ ਬਸ ਆਉਂਦੇ ਹੀ ਹੋਣੇ ਆ। ਪਤਾ ਨਹੀਂ ਦੇਸ਼ੋ ਨੇ ਤਿਆਰ ਹੋਣ 'ਚ ਇੰਨਾ ਟਾਈਮ ਕਿਉਂ ਲਗਾਤਾ। ਤੁਸੀਂ ਚਾਹੋ ਤੇ ਉਹਦੇ ਰੂਮ 'ਚ ਜਾ ਕੇ ਉਹਨੂੰ ਮਿਲ ਸਕਦੇ ਜੇ। चलिए हाँ जी चलो। सत श्री अकाल आंटी। ਜਿਉਂਦੇ ਰਹੋ ਪੁੱਤਰ। ਰੱਬ ਤੁਹਾਨੂੰ ਖੂਬ ਖੁਸ਼ ਰੱਖੇ। ਸਤਿ ਸ਼੍ਰੀ ਅਕਾਲ ਮੰਮੀ ਜੀ। ਸਤਿ ਸ਼੍ਰੀ ਅਕਾਲ ਪੁੱਤਰ। अच्छा तुसी दोवे गल्ला करो, मैं चल के तैयारियां देख ला। तुसी आराम ना आ जाए। ਜੀ ਦੇਸ਼ੋ ਤੂੰ ਬਹੁਤ ਸੋਹਣੀ ਲੱਗ ਰਹੀ ਹੈ ਪੁੱਤਰ। ਮੇਰੀ ਧੀ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ। ਪਰ ਇਹ ਤੇਰੇ ਮੂੰਹ ਤੇ ਉਦਾਸੀ ਹੈ ਨਾ, ਇਹ ਬਿਲਕੁਲ ਵੀ ਚੰਗੀ ਨਹੀਂ ਲੱਗ ਰਹੀ। ਆਓ ਤੁਸੀਂ ਬੈਠੋ। ਵੈਸੇ ਤੈਨੂੰ ਦੇਖ ਕੇ ਲੱਗਦਾ ਹੈ ਦੇਸ਼ੋ ਕਿ ਤੇਰਾ ਇਸ ਘਰ 'ਚ ਬਹੁਤ ਵਧੀਆ ਖਿਆਲ ਰੱਖਿਆ ਜਾ ਰਿਹਾ ਹੈ। ਹਾਂਜੀ ਮੰਮੀ ਜੀ, ਰਣਵੀਰ ਸਰ ਇੱਕ ਬਹੁਤ ਵਧੀਆ ਇਨਸਾਨ ਨੇ, ਉਹ ਮੈਨੂੰ ਕੋਈ ਤਕਲੀਫ ਨਹੀਂ ਹੋਣ ਦਿੰਦੇ। ਇਹੀ ਤਾਂ ਮੈਂ ਤੈਨੂੰ ਕਹਿਣ ਦੀ ਕੋਸ਼ਿਸ਼ ਕਰ ਰਹੀ ਸੀ ਦੇਸ਼ੋ ਕਿ ਰਣਵੀਰ ਬਹੁਤ ਚੰਗਾ ਮੁੰਡਾ ਹੈ। ਉਹ ਤੈਨੂੰ ਬਹੁਤ ਪਿਆਰ ਕਰਦਾ ਹੈ ਤੇ ਤੇਰੇ ਲਈ ਉਹ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ। ਤੈਨੂੰ ਸੱਚੀ ਰਣਵੀਰ ਨਾਲ ਇੱਕ ਵਾਰੀ ਜ਼ਿੰਦਗੀ ਬਿਤਾਉਣ ਬਾਰੇ ਸੋਚਣਾ ਚਾਹੀਦਾ ਦੇਸ਼ੋ। ਤੁਸੀਂ ਫਿਰ ਕੀ ਕਹਿ ਰਹੇ ਹੋ ਮੰਮੀ ਜੀ? ਹਾਂ ਦੇਸ਼ੋ, ਉਹਨੂੰ ਇੱਕ ਮੌਕਾ ਤਾਂ ਦੇ ਕੇ ਦੇਖ। ਮੈਨੂੰ ਪਤਾ ਹੈ ਮੰਮੀ ਜੀ ਕਿ ਰਣਵੀਰ ਸਰ ਮੈਨੂੰ ਬਹੁਤ ਪਿਆਰ ਕਰਦੇ ਨੇ। ਮੈਂ ਉਹਨਾਂ ਦੀ ਅੱਖਾਂ ਵਿੱਚੋਂ ਸਾਫ਼-ਸਾਫ਼ ਪੜ੍ਹ ਸਕਦੀ ਹਾਂ। ਦੇਸ਼ੋ ਤੂੰ ਬਹੁਤ ਕਿਸਮਤ ਵਾਲੀ ਹੈ ਪੁੱਤ ਕਿ ਰਣਵੀਰ ਤੈਨੂੰ ਇੰਨਾ ਪਿਆਰ ਕਰਦਾ ਹੈ। ਪਰ ਮੈਨੂੰ ਲੱਗਦਾ ਮੈਂ ਸਰ ਜੀ ਨੂੰ ਕਦੇ ਵੀ ਉਹ ਪਿਆਰ ਨਹੀਂ ਦੇ ਪਾਵਾਂਗੀ। ਮੈਂ ਸਿਰਫ ਇੱਕ ਵਾਰ ਆਪਣੀ ਜ਼ਿੰਦਗੀ ਵਿੱਚ ਨਿਸਵਾਰਥ ਹੋ ਕੇ ਪਿਆਰ ਕੀਤਾ। ਮੈਂ ਹੋਰ ਕਿਸੇ ਨੂੰ ਪਿਆਰ ਨਹੀਂ ਕਰ ਸਕਦੀ। ਮੰਮੀ ਜੀ ਮੈਨੂੰ ਹਮੇਸ਼ਾ ਦੁਬਾਰਾ ਧੋਖਾ ਖਾਣ ਦਾ ਡਰ ਲੱਗਿਆ ਰਹੇਗਾ। ਦੇਸ਼ੋ ਪੰਜੋਂ ਉਂਗਲੀਆਂ ਇੱਕ ਬਰਾਬਰ ਨਹੀਂ ਹੁੰਦੀਆਂ ਪੁੱਤਰ, ਤੇ ਉਦਾਂ ਹੀ ਹਰ ਬੰਦਾ ਵੀ ਇੱਕ ਵਰਗਾ ਨਹੀਂ ਹੁੰਦਾ। ਇਹ ਗੱਲ ਤੂੰ ਚੰਗੀ ਤਰ੍ਹਾਂ ਜਾਣਦੀ ਹੈ। ਜੋ ਅਰਮਾਨ ਨੇ ਕੀਤਾ ਜ਼ਰੂਰੀ ਤਾਂ ਨਹੀਂ ਨਾ ਕਿ ਉਹ ਦੁਬਾਰਾ ਹੋਈ। ਜ਼ਿੰਦਗੀ ਤੈਨੂੰ ਇੱਕ ਮੌਕਾ ਦੇ ਰਹੀ ਹੈ ਦੇਸ਼ੋ, ਤੂੰ ਜ਼ਿੰਦਗੀ ਨੂੰ ਇੱਕ ਮੌਕਾ ਤਾਂ ਦੇ ਕੇ ਦੇਖ। ਚਲ ਠੀਕ ਹੈ, ਤੂੰ ਨਹੀਂ ਸੁਣਨਾ ਚਾਹੁੰਦੀ ਤਾਂ ਕੋਈ ਗੱਲ ਨਹੀਂ, ਤੇ ਵੈਸੇ ਵੀ ਇਹ ਸਹੀ ਸਮਾਂ ਨਹੀਂ ਹੈ ਇਹ ਸਭ ਗੱਲਾਂ ਕਰਨ ਦਾ। ਅਰਮਾਨ, ਮੈਂ ਤੁਹਾਨੂੰ ਕਿਹਾ ਸੀ ਨਾ ਕਿ ਸਾਨੂੰ ਇੱਥੇ ਆਉਣ ਦੀ ਕੋਈ ਲੋੜ ਨਹੀਂ ਹੈ। ਉੱਤੋਂ ਦੀ ਇਹ ਦੁੱਗਲ ਫੈਮਿਲੀ, ਇਹਨਾਂ ਨੂੰ ਤਾਂ ਲੱਗਦਾ ਹੈ ਕਿ ਇਹ ਸਭ ਤੋਂ ਵਧੀਆ ਫੈਮਿਲੀ ਹੈ। ਅਸ ਤਾਂ ਕੁਝ ਹੁੰਦਾ ਹੀ ਨਹੀਂ ਆ। ਉੱਤੋਂ ਦੀ ਉਹ ਬੁੱਢੀ ਕੀ ਕਹਿੰਦੀ ਸੀ? ਕੀ ਕਹਿ ਰਹੀ ਸੀ? ਇਹੀ ਕਿ ਤੁਸੀਂ ਦੇਸ਼ੋ ਦੇ ਸਿਰ ਤੇ ਮੰਡਰਾਉਂਦੇ ਰਹਿੰਦੇ ਹੋ। ਉਹਨੂੰ ਤੁਹਾਡੀ ਵਾਈਫ ਬਾਰੇ ਪਤਾ ਨਹੀਂ ਸੀਗਾ। ਨਾਲੇ ਇੰਨੀ ਸੋਹਣੀ ਵਾਈਫ ਦੇ ਹੁੰਦਿਆ ਤੁਹਾਨੂੰ ਦੇਸ਼ੋ ਨਾਲ ਕੀ ਮਤਲਬ ਆ? ਸਿੰਪਲ, ਕਾਮ ਡਾਊਨ। ਮੈਂ ਜਵਾਬ ਦਿੱਤਾ ਹੈ ਨਾ ਉਹਨਾਂ ਨੂੰ। ਹਾਂ ਤੁਸੀਂ ਤਾਂ ਬਹੁਤ ਵਧੀਆ ਜਵਾਬ ਦਿੱਤਾ ਹੈ। ਪਰ ਇਹ ਦੁੱਗਲ ਫੈਮਿਲੀ ਪਤਾ ਨਹੀਂ ਆਪਣੇ ਆਪ ਨੂੰ ਸਮਝਦੀ ਕੀ ਹੈ। ਉੱਤੋਂ ਦੀ ਉਹ ਸਨੀ ਬੜਾ ਹੀ ਜ਼ਿਆਦਾ ਓਵਰ ਸਮਾਰਟ ਬੰਦਾ ਪਿਆ ਸੀ, ਮੇਰੇ ਪੈਸੇ ਮੇਰੇ ਤੋਂ ਹੀ ਚੁਰਾ ਕੇ। ਅਰਮਾਨ ਤੁਸੀਂ ਤਾਂ ਕਹਿੰਦੇ ਸੀ ਅਸੀਂ ਲੇਟ ਹੋ ਜਾਣਾ ਹੈ, ਤੇ ਇੱਥੇ ਤਾਂ ਅਸੀਂ ਆਪ ਖੜੇ ਆ, ਕੋਈ ਨਜ਼ਰ ਤਾਂ ਆਉਂਦਾ ਨਹੀਂ ਪਿਆ। ਤੁਸੀਂ ਇੰਨੀ ਕਾਲੀ ਪਾਈ ਹੋਈ ਸੀ, ਇਹਦਾ ਮੈਂ ਤਾਂ ਆਰਾਮ ਨਾਲ ਨਾ ਟਾਈਮ ਲੈ ਕੇ ਬਹੁਤ ਸੋਹਣਾ ਤੇ ਪਰਫੈਕਟ ਤਿਆਰ ਹੋਣਾ ਸੀ। ਹਾਂ ਪੰਡਿਤ ਜੀ, ਸਾਰੀਆਂ ਤਿਆਰੀਆਂ ਹੋ ਗਈਆਂ? फाइनली मेरा रणवीर आ गया। तेरी वाइफ कितने है? देशु जी भी बस होने वाले। हेलो, देशो भी आ गई। तो कितना टाइम लाता तैयार होने चे? वाओ, ब्यूटीफुल, कितनी सोहनी लग रही है। है ना रूपी? हाँ जी दीदी, साडी देशो तो है ही सोनी। फैमिली ज्वेलरी भी कितनी जच रही है जैसे। ਅਸੀਂ ਗੱਲਾਂ ਹੀ ਕਰਾਂਗੇ ਕਿ ਪੂਜਾ ਵੀ ਕਰਨੀ? हाँ हाँ, सब कुछ तैयार है। पंडित जी ने सारी तैयारियां कर लिया। मैं तेरा ब्याह ते देख नहीं सकी, ना ही कोई रस्म ना ही फेरे वेखे। मेरी दिलों तमन्ना सी कि मैं रणवीर दा ब्याह वेखा।
ਬਸ ਇਸੇ ਕਰਕੇ ਮੈਂ ਚਾਹੁੰਦੀ ਆ ਕਿ ਮੇਰੇ ਜਾਣ ਤੋਂ ਪਹਿਲਾਂ ਮੈਂ ਤੁਹਾਡੇ ਫੇਰੇ ਦੇਖ ਲਵਾਂ। आप सब की है मासी जी? ਬਸ ਇਹੀ ਕਿ ਪੰਡਿਤ ਜੀ ਮੰਤਰ ਪੜਨਗੇ ਤੇ ਤੁਸੀਂ ਪਵਿੱਤਰ ਅਗਨੀ ਦੇ ਫੇਰੇ ਲਵੋਗੇ। इस बहाने मैं रस्मां दा हिस्सा भी बन जाऊंगी ते तसल्ली ना अपने घर वापस जा सकांगी ते मैं अपने रणवीर दे फेरे देख सकी। तुसी मेरे लिए इन्ना तो कर सकते हो ना। ਵਰਤੇ ਵਧੂ ਨੂੰ ਬੁਲਾਓ। हाँ, हाँ आओ आ जाओ फेरे करिए। एक मिनट, कि सच्ची ये सब रस्मा करन जा रहे हो? मतलब तुसी अपने नकली विआह नूं असली च बदलन जा रहे हो? देशो तू इन्ना नीचे कर सकती है, मैं सोचा नहीं सीगा। तू इस बंदे नाल खड़े होके इहदी वाइफ होने दा नाटक कर रही है। अरमान ये तू की कह रहे हैं? और मम्मी जी तुहानू कुछ नहीं पता, मैं दसदा। इन्हां दे विआह ते जिहड़ा पंडित सी ना वो नकली सी। वजह नहीं मैनू पता, पर मैं आप जानना चाहना। पर इन्ना मैनू पता है कि इन्हां दा विआह एक बहुत बड़ा नाटक सीगा। क्यों देशो, मैं कुछ गलत कह रहा? जब मैं गलत कह रहा ना तो रस्मा ले अगे बढ़ सकती। ਇਹ ਬੰਦਾ ਕੀ ਕਹਿਣ ਦੀ ਕੋਸ਼ਿਸ਼ ਕਰ ਰਿਹਾ ਹੈ? ਤੇਰੀ ਹਿੰਮਤ ਕਿਦਾਂ ਹੋਈ ਮੇਰੇ ਪਿਤਾ ਜੀ ਨੂੰ ਨਕਲੀ ਪੰਡਤ ਕਹਿਣ ਦੀ? ਅਸੀਂ ਖਾਨਦਾਨੀ ਪੰਡਤ ਹੁੰਨੇ ਆ। ਇਹਨਾਂ ਦਾ ਵਿਆਹ ਮੇਰੇ ਪਿਤਾ ਜੀ ਨੇ ਕਰਵਾਇਆ। ਕੀ ਮਤਲਬ ਤੁਹਾਡਾ? ਉਹ ਪੰਡਤ ਜੀ ਤੁਹਾਡੇ ਪਿਤਾ ਜੀ ਸਨ? ਹਾਂਜੀ ਉਹ ਮੇਰੇ ਪਿਤਾ ਜੀ ਸੀ ਔਰ ਇੱਕ ਅਸਲੀ ਪੰਡਤ ਸੀਗੇ। ਉਹਨਾਂ ਨੇ ਇਹ ਵਿਆਹ ਕਰਾਇਆ। ਜੋ ਉਹਨਾਂ ਨੇ ਅਗਨੀ ਦੇ ਇਰਦ-ਗਿਰਦ 7 ਫੇਰੇ ਲਏ ਸੀ ਉਹ ਵੀ ਅਸਲੀ ਸੀ। चाहो तो इन्हों का मैरिज सर्टिफिकेट दे सकते हो, उस ते मोहर भी असली है। मेरे पिताजी पूरी उम्र पंडित रहे ने तो उन्होंने तो पहला मेरे दादा जी भी पंडित सी। सानू पता है कि एक ब्याह की की अहमियत होंगी है। साढ़े खानदान विच नकली ब्याह कराने बारे कोई सोच भी नहीं सकता। वो एक अधर्म है। असीं कोई भी धर्म वाला काम नहीं करते। कोई भी साडे ते उंगली नहीं चक सकता। असीं अपनी विद्या की बहुत इज्जत करते हैं। जे बहस खत्म हो गई होवे तो असीं हवन शुरू करिए, मैंने होर भी पूजा करवाने जाना। सर जी फिर ना इतना बड़ा धोखा कितना। ये तुसी की कह रहे हो? तुसी मेरे इतना बड़ा धोखा दिता। मैनू तुहाडे तो ये उम्मीद नहीं सी। देशो देशो संभाल अपने आप को पुत्र। तेशु जी उठो, की होया तुहानू? तेशु जी इन्हां तो बहुत तेज बुखार भी है। रणवीर पुत्र तू देशों ਨੂੰ ਲੈ ਕੇ रूम 'ਚ ਚੱਲ। हाँ जी।
ਤੁਸੀਂ ਇਹਨੂੰ ਕਿਤੇ ਨਹੀਂ ਲੈ ਕੇ ਜਾ ਸਕਦੇ। ਤੁਹਾਡਾ ਇੱਥੇ ਕੋਈ ਹੱਕ ਨਹੀਂ ਬਣਦਾ। ਬਹੁਤ ਵੱਡਾ ਧੋਖਾ ਦਿੱਤਾ ਤੁਸੀਂ ਇਹਨਾਂ ਨੂੰ। ਅਰਮਾਨ, ਰਣਵੀਰ, ਤੁਸੀਂ ਇਹਨੂੰ ਲੈ ਕੇ ਜਾਓ। ਮੈਨੂੰ ਕੁਝ ਵੀ ਕਰਨ ਦੇ ਲਈ ਤੇਰੀ ਪਰਮਿਸ਼ਨ ਦੀ ਜ਼ਰੂਰਤ ਨਹੀਂ ਹੈ। ਮੰਮੀ ਜੀ ਤੁਸੀਂ ਡਾਕਟਰ ਨੂੰ ਕਾਲ ਕਰੋ। हाँ ठीक है, मैं करती हूँ हुणे फोन। ਚਲੋ, ਡਰਾਮਾ ਖਤਮ ਹੋ ਗਿਆ ਹੈ। ਜਿੱਦਾਂ ਕਿ ਤੁਸੀਂ ਸਾਰੇ ਦੇਖ ਪਾ ਰਹੇ ਹੋ, ਇੱਥੇ ਕੋਈ ਪੂਜਾ ਨਹੀਂ ਹੋ ਰਹੀ। ਚਲੋ ਤੁਸੀਂ ਜਾਓ, ਇਹ ਸਾਡਾ ਫੈਮਿਲੀ ਮੈਟਰ ਹੈ ਤੇ ਅਸੀਂ ਆਪੇ ਸੋਲਵ ਕਰ ਲਾਂਗੇ। अरमान चलो। मम्मी जी ਪੰਡਿਤ ਜੀ ਤੁਸੀਂ ਵੀ ਜਾਓ ਹੁਣ। अच्छा जी, प्रभु इच्छा। रणवीर पुत्र तू फिक्र ना कर, देशो बिल्कुल ठीक हो जाएगी। ਇਹਨਾਂ ਦਾ ਬੀਪੀ ਲੋ ਹੋਇਆ। ਜਿਹੜੇ ਵੀ ਗੱਲ ਵਾਲੇ ਡਿਸਟਰਬ ਹੋਏ, ਉਸ ਚੀਜ਼ ਦਾ ਇਹਨਾਂ ਦੀ ਸਿਹਤ ਤੇ ਬਹੁਤ ਬੁਰਾ ਅਸਰ ਹੋਇਆ ਹੈ। ਰਿਲੈਕਸ ਮਿਸਟਰ ਦੁੱਗਲ। ਇਹ ਠੀਕ ਤਾਂ ਹੋ ਜਾਣਗੇ ਨਾ? ਹਾਂਜੀ ਬਿਲਕੁਲ, ਮੈਂ ਇਹਨਾਂ ਨੂੰ ਇੰਜੈਕਸ਼ਨ ਲਗਾ ਦਿੰਨੀ ਆ ਐਂਡ ਉਸ ਦੇ ਨਾਲ ਇਹਨਾਂ ਨੂੰ ਥੋੜੀ ਦੇਰ ਲਈ ਬਹੁਤ ਆਰਾਮ ਦੀ ਨੀਂਦ ਆ ਜਾਏਗੀ ਔਰ ਉਸ ਤੋਂ ਬਾਅਦ ਇਹ ਬਿਲਕੁਲ ਨਾਰਮਲ ਹੋ ਜਾਣਗੇ। ਹਾਂਜੀ। ਤੁਸੀਂ ਫਿਕਰ ਨਾ ਕਰੋ ਮਿਸਟਰ ਦੁੱਗਲ, ਇਹ ਜਦੋਂ ਉੱਠਣਗੇ ਉਦੋਂ ਇਹ ਬਿਲਕੁਲ ਠੀਕ ਹੋ ਜਾਣਗੇ। ਤੇ ਇਹਨਾਂ ਨੂੰ ਨਾ ਬਹੁਤ ਤੇਜ਼ ਬੁਖਾਰ ਵੀ ਸੀ। ਹਾਂ, ਉਹ ਇਹਨਾਂ ਨੂੰ ਬੁਖਾਰ ਵੀ ਉਹ ਸਟ੍ਰੈਸ ਕਰਕੇ ਸੀ। ਇਹ ਜਦੋਂ ਉੱਠਣਗੇ ਉਹ ਬਿਲਕੁਲ ਨਾਰਮਲ ਹੋ ਜਾਣਗੇ। ਇਹਨਾਂ ਨੂੰ ਬਸ ਆਰਾਮ ਤੇ ਕੇਅਰ ਦੀ ਜ਼ਰੂਰਤ ਆ। ਹਾਂਜੀ। डॉक्टर साहब इन्हू होश कदों तक आ जाएगा? ਫਿਲਹਾਲ ਮੈਂ ਇਹਨਾਂ ਨੂੰ ਇੰਜੈਕਸ਼ਨ ਦਿੱਤਾ ਹੈ, ਉਹਦੇ ਨਾਲ ਇਹ ਥੋੜੀ ਦੇਰ ਤੱਕ ਹੋਸ਼ 'ਚ ਆ ਜਾਣਗੇ ਤੇ ਬਿਲਕੁਲ ਬਿਹਤਰ ਫੀਲ ਕਰਨਗੇ। ਥੈਂਕ ਯੂ ਡਾਕਟਰ। ਇਹ ਮੈਂ ਕੁਝ ਮੈਡੀਸਿਨਸ ਲਿਖ ਕੇ ਦੇ ਰਹੀ ਹਾਂ, ਇਹ ਮੰਗਵਾ ਲਿਓ ਔਰ ਉਸ ਤੋਂ ਬਾਅਦ ਇਹ ਬਿਲਕੁਲ ਠੀਕ ਫੀਲ ਕਰਨਗੇ। ਮੈਂ ਮੰਗਵਾ ਲਾਂ। ਬਾਕੀ ਕੋਸ਼ਿਸ਼ ਕਰੋ ਕਿ ਜਿੰਨਾ ਸਟ੍ਰੈਸ ਫ੍ਰੀ ਰਹਿ ਸਕਣ, ਕਿਉਂਕਿ ਸਟ੍ਰੈਸ ਕਰਕੇ ਹੀ ਇਹਨਾਂ ਦਾ ਇਹ ਹਾਲ ਹੋਇਆ ਹੈ। ਘਰ ਦਾ ਮਾਹੌਲ ਜਿੰਨਾ ਚੰਗਾ ਰਹੇਗਾ ਉਹਨਾਂ ਦੀ ਸਿਹਤ ਲਈ ਓਨਾ ਹੀ ਵਧੀਆ ਹੈ। ਜੀ ਮੈਂ ਧਿਆਨ ਰੱਖੂੰਗਾ ਤੇ ਜਿਵੇਂ ਹੀ ਇਹ ਹੋਸ਼ 'ਚ ਆਏ ਨਾ ਮੈਂ ਤੁਹਾਨੂੰ ਕਾਲ ਕਰੂੰਗਾ। ਐਨੀ ਟਾਈਮ ਮਿਸਟਰ ਦੁੱਗਲ, ਨੋ ਪ੍ਰੋਬਲਮ, ਤੁਸੀਂ ਮੈਨੂੰ ਕਦੇ ਵੀ ਕਾਲ ਕਰ ਸਕਦੇ ਹੋ। ਹੁਣ ਮੈਂ ਚੱਲਦੀ ਹਾਂ। आओ डॉक्टर, मैं तुहानू बाहर तक छड़ देनी। ਜੀ। रणवीर पुत्र तू ये स्लिप मैनू दे दे, मैं मलकीत जी नू दे दिन्नी आ। ओ ये मेडिसिन किसी सर्वेंट तो मंगवा दे। ਤੁਸੀਂ ਹੁਣ ਜਲਦੀ ਜਲਦੀ ਠੀਕ ਹੋ ਜਾਓ। ਮੈਂ ਤੁਹਾਨੂੰ ਇਸ ਹਾਲ 'ਚ ਨਹੀਂ ਦੇਖ ਸਕਦਾ। ਮਾਸੀ ਜੀ, ਤੁਹਾਡਾ ਸਾਰਾ ਪਲਾਨ ਖਰਾਬ ਹੋ ਗਿਆ। ਅਸੀਂ ਕੀ ਸੋਚਿਆ ਸੀਗਾ, ਸਾਨੂੰ ਲੱਗਾ ਸੀਗਾ ਹੁਣ ਐਟਲੀਸਟ ਦੇਸ਼ੋ ਨਾਮ ਦੀ ਬਲਾ ਇਸ ਘਰ ਵਿੱਚ ਨਹੀਂ ਰਹੇਗੀ, ਪਰ ਉਹ ਤਾਂ ਹੁਣ ਇੱਥੇ ਰਹੇਗੀ। ਜਿਹੜਾ ਵਿਆਹ ਨਕਲੀ ਸੀ ਉਹ ਅਸਲੀ ਨਿਕਲਿਆ। ਹੁਣ ਕੀ ਕਰਾਂਗੇ ਮਾਸੀ ਜੀ? ਹਾਂ, ਵਿਆਹ ਤੇ ਅਸਲੀ ਨਿਕਲਿਆ। ਹੁਣ ਕੀ ਦੇਸ਼ੋ ਹਮੇਸ਼ਾ ਇਸ ਘਰ ਵਿੱਚ ਰਹੇਗੀ? ਪਹਿਲੀ ਗੱਲ ਤੇ ਮੈਂ ਕਦੀ ਵੀ ਦੇਸ਼ੋ ਵਰਗੀ ਨੂੰਹ ਨਹੀਂ ਸੀ ਚਾਹੁੰਦੀ। ਮੇਰਾ ਰਣਵੀਰ ਤਾਂ ਇਹ ਤੋਂ ਵਧੀਆ ਕੁੜੀ ਡਿਜ਼ਰਵ ਕਰਦਾ ਸੀ। ਮੈਂ ਵੀ ਨਹੀਂ ਸੋਚਿਆ ਸੀ ਕਦੇ ਕਿ ਵੀਰੇ ਦਾ ਵਿਆਹ ਇਹੋ ਜਿਹੀ ਕੁੜੀ ਨਾਲ ਹੋਏਗਾ। ਉਹ ਕੰਮ ਕਰਨ 'ਚ ਬਹੁਤ ਵਧੀਆ ਹੈ ਤੇ ਬਿਜ਼ਨਸ ਵੀ ਉਹਨੇ ਸਾਰਾ ਸੰਭਿਆ ਹੋਇਆ ਹੈ। ਜੋ ਇਸੇ ਤਰ੍ਹਾਂ ਇਸ ਘਰ ਵਿੱਚ ਰਹੇਗੀ ਨਾ, ਉਹਨੇ ਬਹੁਤ ਜਲਦ ਇਸ ਘਰ ਵਿੱਚ ਕਬਜ਼ਾ ਕਰ ਲੈਣਾ ਹੈ। ਹਾਂ, ਇਹ 'ਚ ਕੋਈ ਸ਼ੱਕ ਨਹੀਂ ਕਿ ਉਹ ਇੱਕ ਸਟਰੋਂਗ ਵੂਮਨ ਆ। ਉਹਨੇ ਆਪਣੇ ਡਿਵੋਰਸ ਤੋਂ ਬਾਅਦ ਕਿਸ ਤਰ੍ਹਾਂ ਆਪਣੇ ਆਪ ਨੂੰ ਦੁਬਾਰਾ ਖੜੇ ਕੀਤਾ, ਕੀ ਕੁਝ ਨਹੀਂ ਝੱਲਿਆ ਹੋਣਾ ਉਹਨੇ। ਕਿੰਨੀ ਮੁਸ਼ਕਿਲ ਰਹੀ ਹੋਣੀ ਉਹਦੀ ਲਾਈਫ। ਇੱਕ ਔਰਤ ਹੋਣ ਦੇ ਨਾਤੇ ਮੈਂ ਉਹਦੀ ਦਾਦ ਦੇਣੀ ਆ। ਕਿੱਦਾਂ ਸਭ ਕੁਝ ਖਤਮ ਹੋਣ ਤੋਂ ਬਾਅਦ ਉਹਨੇ ਆਪਣੇ ਆਪ ਨੂੰ ਦੁਬਾਰਾ ਖੜੇ ਕੀਤਾ ਹੈ। ਇਹ ਸੱਚੀ ਕਾਬਿਲੇ ਤਾਰੀਫ ਹੈ। ਮਾਸੀ ਜੀ, ਤੁਸੀਂ ਵੀ ਦੇਸ਼ੋ ਕੋਲੋਂ ਇੰਪ੍ਰੈਸ ਹੋ ਰਹੇ ਹੋ? ਹਾਂ, ਮੈਂ ਇੰਟਰਸਟ ਹੋ ਰਹੀ ਹਾਂ। ਬਸ ਮੈਨੂੰ ਡਰ ਸਿਰਫ ਇਸ ਗੱਲ ਦਾ ਹੈ ਕਿ ਦੇਸ਼ੋ ਇਸ ਵਿਆਹ ਤੋਂ ਚਾਹੁੰਦੀ ਕੀ ਹੈ।
ਉਹਦੀਆਂ ਇੰਟੈਂਸ਼ਨਸ ਕੀ ਨੇ ਤੇ ਇਹ ਵਿਆਹ ਅਸਲੀ ਕਿੱਦਾਂ ਹੋ ਗਿਆ? ਮੈਨੂੰ ਲੱਗਦਾ ਆ ਇਹ ਨਕਲੀ ਵਿਆਹ ਦਾ ਪਲਾਨ ਆਪ ਹੀ ਦੇਸ਼ੋ ਨੇ ਬਣਾਇਆ ਹੋਣਾ ਹੈ ਤੇ ਫਿਰ ਉਹਨੂੰ ਅਸਲੀ ਕਰਤਾ। ਪਰ ਦੇਸ਼ੋ ਇਦਾਂ ਕਿਉਂ ਕਰੇਗੀ? ਆਪਣੇ ਸਵਾਰਥ ਲਈ। ਇਹਦਾ ਮਤਲਬ ਆ ਉਹਨੇ ਰਣਵੀਰ ਨੂੰ ਬੇਵਕੂਫ ਬਣਾਇਆ ਤਾਂ ਕਿ ਉਹਦੀ ਤੇ ਉਹਦੇ ਬੱਚੇ ਦੀ ਲਾਈਫ ਸਿਕਿਉਰ ਹੋ ਸਕੇ। ਆਖਿਰ ਉਹ ਰਣਵੀਰ ਦੁੱਗਲ ਦੀ ਵਾਈਫ ਬਣ ਗਈ ਹੈ। ਵੈਸੇ ਵੀ ਵੀਰਾ ਨਾ ਇਸ ਸ਼ਹਿਰ ਦਾ ਸਭ ਤੋਂ ਕਾਬਿਲ ਬੈਚਲਰ ਸੀ ਤੇ ਉਹਦੇ ਨਾਲ ਸ਼ਹਿਰ ਦੀ ਕੋਈ ਵੀ ਕੁੜੀ ਵਿਆਹ ਕਰਾਉਣ ਨੂੰ ਮਰਦੀ ਸੀ। ਹਾਂ, ਕੀ ਪਤਾ ਦੇਸ਼ੋ ਨੇ ਵੀ ਉਹਦੇ ਨਾਲ ਸਿਰਫ ਪੈਸਿਆਂ ਕਰਕੇ ਵਿਆਹ ਕਰਾਇਆ ਹੋਵੇ। ਹਾਂ, ਮੈਨੂੰ ਤਾਂ ਇੰਜ ਹੀ ਲੱਗਦਾ ਹੈ। ਨਹੀਂ ਨਹੀਂ, ਮੈਂ ਨਹੀਂ ਚਾਹੁੰਦੀ ਕਿ ਰਣਵੀਰ ਸਾਰੀ ਉਮਰ ਲਈ ਇੱਕ ਗੋਲਡ ਡਿਗਰ ਨਾਲ ਫਸ ਜਾਵੇ। ਮੇਰਾ ਪੁੱਤ ਇਹਦੇ ਨਾਲੋਂ ਕਿਤੇ ਵੱਡੀਆਂ ਕੁੜੀ ਡਿਜ਼ਰਵ ਕਰਦਾ ਹੈ। ਸਨੀ, ਮੈਂ ਕੋਈ ਚਾਂਸ ਨਹੀਂ ਲੈਣਾ ਚਾਹੁੰਦੀ। ਮੈਂ ਉਸ ਦੇਸ਼ੋ ਨੂੰ ਰਣਵੀਰ ਦੀ ਲਾਈਫ ਚੋਂ ਕੱਢ ਕੇ ਰਵਾਂਗੀ।